हम ਭੀਖਕ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ। ਇਹ ਸ਼ਬਦ ਬਹੁਤ ਪੜ੍ਹਿਆ ਜਾਂਦਾ ਹੈ, ਗਾਇਆ ਵੀ ਜਾਂਦਾ ਹੈ, ਕਥਾਵਾਚਕ ਵੀ ਕਥਾ ਕਰਦੇ ਹਨ। ਪੋਥੀਆਂ ਦੇ ਵਿੱਚੋਂ ਵੀ ਤੁਸੀਂ ਅਰਥ ਪੜ੍ਹ ਸਕਦੇ ਹੋ। ਪਰ ਇਹਦੇ ਸਮੁੱਚੇ ਭਾਵ ਨੂੰ ਤੁਸੀਂ ਸਮਝ ਲਓ ਨਾ, ਤੇ ਤੁਹਾਨੂੰ ਸਤਿਗੁਰੂ ਜੋ ਇਸ ਸ਼ਬਦ ਦੁਆਰਾ ਇਸ਼ਾਰਾ ਕਰ ਰਹੇ ਹਨ ਸਮਝ ਵਿੱਚ ਆ ਸਕਦਾ ਹੈ। ਇਹ ਗੱਲ ਖਿਆਲ ਵਿੱਚ ਰੱਖਿਓ, ਸ਼ਬਦਾਂ ਦੁਆਰਾ ਉਧਰ ਨੂੰ ਇਸ਼ਾਰਾ ਹੁੰਦਾ ਹੈ। ਸ਼ਬਦਾਂ ਦੁਆਰਾ ਉਹਦੇ ਵੱਲ ਨੂੰ ਇਸ਼ਾਰਾ ਹੁੰਦਾ ਹੈ ਜਿਹਨੂੰ ਕਿਹਾ ਨਹੀਂ ਜਾ ਸਕਦਾ। ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੇ ਇਸ਼ਾਰਾ ਕੀਤਾ ਹੈ। ਤੁਸੀਂ ਵੀ ਸਮਝੋਗੇ ਤੇ ਹੋ ਸਕਦਾ ਹੈ ਤੁਸੀਂ ਵੀ ਉਸ ਇਸ਼ਾਰੇ ਵੱਲ ਨੂੰ ਚੱਲ ਪਾਓ। ਭਾਵੇਂ ਚੱਲਣਾ ਬਹੁਤ ਔਖਾ ਹੈ, ਬਹੁਤ ਕਠਿਨ ਹੈ, ਕਿਉਂਕਿ ਜਿੱਧਰ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ ਨਾ, ਉਹ ਸੰਸਾਰ ਤੋਂ ਵਿਪਰੀਤ ਜਾਣਾ ਹੈ, ਮਨ ਤੋਂ ਵਿਪਰੀਤ ਜਾਣਾ ਹੈ। ਤੇ ਕਠਿਨ ਤੇ ਹੈ ਹੀ। ਇਸ਼ਾਰੇ ਵੱਲ ਨੂੰ ਜਾਣਾ ਸਮਝ ਵਿੱਚ ਵੀ ਆ ਜਾਵੇ ਤਾਂ ਵੀ ਆਦਮੀ ਚੱਲਦਾ ਨਹੀਂ ਹੈ। ਪਰ ਫਿਰ ਵੀ ਜਿਹੜੇ ਜਾਣਦੇ ਹਨ ਉਹ ਸਮਝਾਉਂਦੇ ਰਹਿੰਦੇ ਹਨ, ਇਸ਼ਾਰੇ ਕਰਦੇ ਰਹਿੰਦੇ ਹਨ ਵੀ ਹੋ ਸਕਦਾ ਹੈ ਤੁਹਾਨੂੰ ਉਹਨਾਂ 'ਤੇ ਦਇਆ ਆ ਜਾਵੇ। ਤੁਸੀਂ ਕਦੇ ਨਾ ਕਦੇ ਉਹਨਾਂ ਦੀ ਗੱਲ ਮੰਨੋ ਤੇ ਉੱਧਰ ਨੂੰ ਚੱਲ ਪਾਓ ਜਿੱਧਰ ਨੂੰ ਉਹ ਇਸ਼ਾਰਾ ਕਰ ਰਹੇ ਹਨ। ਹੁਣ ਸਮਝੋ, ਪਹਿਲਾਂ ਇਸ ਸ਼ਬਦ ਦੀਆਂ ਅਖੀਰਲੀਆਂ ਦੋ ਪੰਗਤੀਆਂ, ਭਨਤ ਨਾਨਕ ਭਰਮ ਪਟ ਖੂਲੇਹੋ ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ। ਸਾਚੀ ਲਿਵ ਲਾਗੀ ਹੈ ਭੀਤਰ। ਉੱਪਰ ਰਾਹਉ ਵਾਲੀਆਂ ਪੰਗਤੀਆਂ ਦੇ ਵਿੱਚ ਕਿਹਾ ਹੈ, ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋ। ਜਿਹੜੇ ਨਾਮ ਨੂੰ ਉਹ ਮੰਗ ਰਹੇ ਹਨ, ਹਮ ਭੀਖਕ ਭੇਖਾਰੀ ਤੇ, ਉਹ ਸੱਚਾ ਨਾਮ ਕਿੱਥੇ ਹੈ? ਅੰਦਰ। ਉਹਨੂੰ ਹੀ ਸਪਸ਼ਟ ਕਰ ਰਹੇ ਹਨ, ਸਾਚੀ ਲਿਵ ਲਾਗੀ ਹੈ ਭੀਤਰ। ਸੱਚੀ ਲਿਵ ਕਿੱਥੇ ਲੱਗਣੀ ਹੈ? ਭੀਤਰ, ਅੰਦਰ। ਝੂਠੀ ਲਿਵ ਕਿੱਥੇ ਲੱਗਦੀ ਹੈ? ਬਾਹਰ। ਸੰਸਾਰ ਵਿੱਚ ਝੂਠੀ ਲਿਵ ਲੱਗਦੀ ਹੈ। ਕਿਉਂ ਹੈ ਝੂਠੀ? ਕਿਉਂਕਿ ਸੰਸਾਰ ਵਾਸਤਵਿਕ ਨਹੀਂ ਹੈ, ਝੂਠ ਹੈ, ਅਸਤ ਹੈ, ਮਿਥਿਆ ਹੈ, ਜਗ ਰਚਨਾ ਸਭ ਝੂਠ। ਫਿਰ ਜਿਹੜੀ ਸੰਸਾਰ ਦੇ ਵਿੱਚ ਲਿਵ ਲੱਗਦੀ ਹੈ ਨਾ, ਇਹ ਟਿਕਦੀ ਨਹੀਂ ਹੈ, ਕਿਉਂਕਿ ਜਿੱਥੇ ਲਿਵ ਲਾ ਰਹੇ ਹੋ ਉਹੀ ਟਿਕਿਆ ਹੋਇਆ ਨਹੀਂ।
ਉਹ ਹੀ ਟਿਕਿਆ ਹੋਇਆ ਨਹੀਂ ਹੈ ਜਿੱਥੇ ਤੁਸੀਂ ਬਾਹਰ ਲਿਵਲਾ ਰਹੇ ਹੋ। ਇਹੋ ਹੀ ਸੁਣ ਰਹੇ ਸੀ ਨਾ ਤੁਸੀਂ ਕੱਲ ਪਰਸੋਂ ਵੀ ਸੱਚਾ ਨਾਮ ਤੁਹਾਡੇ ਅੰਦਰ ਹੈ, ਬਾਹਰ ਸਾਰੇ ਝੂਠੇ ਨਾਮ ਹਨ। ਉਹ ਜਿਹੜਾ ਸੱਚਾ ਨਾਮ ਆ ਜਿਹਨੂੰ ਪ੍ਰਾਪਤ ਹੋ ਜਾਵੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈ, ਉਹਦੀ ਭੁੱਖ ਨਿਵਰਤ ਹੋ ਜਾਂਦੀ ਹੈ। ਆਧਾਰ ਜਿਹਨੂੰ ਉਹਦਾ ਮਿਲ ਗਿਆ, ਉਹ ਹੀ ਹੈ ਲਿਵ ਜਿਹਦੀ ਅੰਦਰ ਲੱਗ ਗਈ। ਉਹਦੀ ਬਾਹਰ ਕੋਈ ਭੁੱਖ ਨਹੀਂ ਰਹਿ ਜਾਂਦੀ, ਭੁੱਖ ਰਹਿ ਹੀ ਨਹੀਂ ਜਾਂਦੀ, ਭੁੱਖ ਹੀ ਬਾਹਰਲੀ ਹੁੰਦੀ ਹੈ। ਭੁੱਖ ਬਾਹਰਲੀ ਹੁੰਦੀ ਹੈ, ਅੰਦਰਲੀ ਭੁੱਖ ਨਹੀਂ ਹੁੰਦੀ। ਕਿਉਂਕਿ ਅੰਦਰਲੀ ਭੁੱਖ ਦਾ ਭਾਵ ਇਹ ਹੈ, ਜਿਵੇਂ ਤੁਸੀਂ ਇਉਂ ਸਮਝ ਲਵੋ ਵੀ ਪੇਟ ਦੇ ਵਿੱਚ ਭੋਜਨ ਨਹੀਂ ਹੈ, ਪੇਟ ਭੁੱਖਾ ਹੈ, ਤੈਨੂੰ ਭੋਜਨ ਚਾਹੀਦਾ ਕਿਉਂਕਿ ਭੋਜਨ ਤੋਂ ਰਿਕਤ ਹੈ ਪੇਟ। ਘਰ ਦੇ ਵਿੱਚ ਧਨ ਨਹੀਂ ਹੈ, ਤੁਹਾਨੂੰ ਧਨ ਚਾਹੀਦਾ ਹੈ, ਧਨ ਦੀ ਭੁੱਖ ਹੈ। ਭੋਜਨ ਦੀ ਭੁੱਖ ਤੇ ਵਾਸਤਵਿਕ ਹੈ, ਸਰੀਰ ਦੀ ਰਿਕਤ ਹੈ, ਅੰਦਰੋਂ ਭੋਜਨ ਨਹੀਂ ਹੈ। ਇਹਦਾ ਕੀ ਭਾਵ ਹੈ ਵੀ ਅੰਦਰ ਜੋ ਚੀਜ਼ ਨਹੀਂ ਹੈ ਉਹਦੀ ਭੁੱਖ ਹੈ, ਜੋ ਨਹੀਂ ਹੈ ਉਹਦੀ ਭੁੱਖ ਹੁੰਦੀ ਹੈ। ਤੇ ਅੰਦਰ ਪਰਮਾਤਮਾ ਨਹੀਂ ਹੈ, ਐਸਾ ਤੇ ਨਹੀਂ ਹੈ। ਅਗਰ ਪਰਮਾਤਮਾ ਨਹੀਂ ਹੋਵੇਗਾ ਤੇ ਤੁਸੀਂ ਚੱਲੋਗੇ ਕਿਵੇਂ, ਬੋਲੋਗੇ ਕਿਵੇਂ, ਆਹ ਸੁਣੋਗੇ ਕਿਵੇਂ। ਭੁੱਖ ਸਦਾ ਹੀ ਬਾਹਰ ਹੈ, ਭੁੱਖ ਬਾਹਰ ਲੈ ਕੇ ਜਾਂਦੀ ਹੈ। ਤੇ ਜਿੰਨਾ ਚਿਰ ਭੁੱਖ ਹੈ, ਕਿਸੇ ਵੀ ਚੀਜ਼ ਦੀ ਭੁੱਖ ਹੈ, ਉਹਨਾਂ ਚਿਰ ਤੁਸੀਂ ਅੰਦਰ ਨਹੀਂ ਜਾਵੋਗੇ। ਇਹ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ। ਧਾਰਮਿਕ ਲੋਕ ਇੱਥੇ ਹੀ ਭਟਕਦੇ ਹਨ। ਉਹਨਾਂ ਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਹੈ ਵੀ ਮਨ ਕਿਉਂ ਭਟਕ ਰਿਹਾ ਹੈ, ਕਿਉਂਕਿ ਮਨ ਭੁੱਖਾ ਹੈ। ਤਾਂ ਹੀ ਭਟਕ ਰਿਹਾ ਹੈ ਨਾ। ਤੇ ਜਿੰਨਾ ਚਿਰ ਭਟਕ ਰਿਹਾ ਹੈ ਬਾਹਰ ਦੀਆਂ ਵਾਸ਼ਨਾਵਾਂ, ਕਾਮਨਾਵਾਂ, ਚਾਹਤਾਂ ਹੈ ਸੰਸਾਰ ਦੀਆਂ, ਉਹਨਾਂ ਚਿਰ ਤ੍ਰਿਪਤ ਵੀ ਨਹੀਂ ਹੁੰਦਾ ਹੈ ਤੇ ਬਾਹਰ ਹੀ ਭਟਕਦਾ ਰਹਿੰਦਾ ਹੈ। ਬਾਹਰ ਜਾਂਦਾ ਠਾਕਰ ਹਾਏ, ਕਹਿੰਦੇ ਰੋਕ ਕੇ ਰੱਖੇ। ਰੋਕੇ ਕਿਵੇਂ? ਜਾਣ ਲਵੇ ਵੀ ਬਾਹਰ ਤ੍ਰਿਪਤੀ ਨਹੀਂ ਹੋ ਸਕਦੀ। ਸੰਸਾਰ ਦੇ ਵਿੱਚ ਸੰਸਾਰ ਅਤ੍ਰਿਪਤੀ ਹੀ ਰੱਖਦਾ ਹੈ। ਮਨ ਦੇ ਤਲ ਤੇ ਕਦੀ ਵੀ ਤ੍ਰਿਪਤੀ ਨਹੀਂ ਹੁੰਦੀ, ਹੋ ਨਹੀਂ ਸਕਦੀ ਹੈ। ਉਵੇਂ ਹੀ ਜਿਵੇਂ ਇਹ ਕਿਹਾ ਹੈ ਨਾ, ਸਾਚੀ ਲਿਵ ਲਾਗੀ ਹੈ ਭੀਤਰ। ਅੰਦਰ ਸੱਚੀ ਜਦੋਂ ਲਿਵ ਲੱਗ ਜਾਂਦੀ ਹੈ ਨਾ, ਉਦੋਂ ਤ੍ਰਿਪਤੀ ਹੁੰਦੀ ਹੈ। ਜਿੰਨਾ ਚਿਰ ਬਾਹਰ ਲਿਵ ਲੱਗੀ ਹੈ, ਹੁਣ ਬਾਹਰ ਲਿਵ ਕਿਵੇਂ ਲੱਗੀ ਹੈ? ਮਨ ਅਤ੍ਰਿਪਤ ਹੈ, ਮਨ ਭੁੱਖਾ ਹੈ, ਧਨ ਚਾਹੀਦਾ ਹੈ ਤੇ ਧਨ ਤੇ ਲਿਵ ਲੱਗੀ ਹੋਈ ਹੈ ਤੇ ਧਨ ਦੜਾਉਂਦਾ ਹੈ। ਤੇ ਜਿੰਨਾ ਚਿਰ ਧਨ ਦੀ ਭੁੱਖ ਹੈ,
ਧਨ ਦਾ ਅਰਥ ਸਿਰਫ ਧਨ ਹੀ ਨਹੀਂ ਹੈ, ਮਾਇਆ ਦਾ ਅਰਥ ਸਿਰਫ ਧਨ ਹੀ ਨਹੀਂ ਹੁੰਦਾ ਹੈ। ਕੋਈ ਵੀ ਚੀਜ਼ ਦੀ ਭੁੱਖ ਹੈ ਉਹਨਾਂ ਚਿਰ ਦੌੜ ਬਾਹਰ ਰਹੇਗੀ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ, ਲਿਵ ਧਾਤ ਜੋੜ ਨਾ ਆਵੇ ਜੇ ਲੋਚੇ ਸਭ ਕੋ। ਧਾਰਮਿਕ ਲੋਕ ਤੇ ਇੱਦਾਂ ਹੀ ਸੋਚਦੇ ਹਨ ਵੀ ਬਾਹਰਲਾ ਸੰਸਾਰ ਵੀ ਮਿਲ ਜਾਵੇ ਤੇ ਅੰਦਰਲੀ ਲਿਵ ਵੀ ਮਿਲ ਜਾਵੇ, ਪਰ ਨਹੀਂ ਹੁੰਦਾ, ਐਸਾ ਹੋ ਨਹੀਂ ਸਕਦਾ। ਜੋੜ ਬੈਠਦਾ ਨਹੀਂ, ਦੌੜਨਾ ਤੇ ਰੁਕਣਾ ਇਕੱਠਾ ਨਹੀਂ ਹੋ ਸਕਦਾ। ਚਾਹੁੰਦਾ ਆਦਮੀ ਇੱਦਾਂ ਹੀ ਹੈ ਵੀ ਬਾਹਰ ਵੀ ਬੱਲੇ ਬੱਲੇ ਹੋਵੇ, ਪੂਰੀ ਪ੍ਰਭੁਤਾ ਹੋਵੇ, ਮਾਣ ਵਡਿਆਈ ਹੋਵੇ, ਹੰਕਾਰ ਦੀ ਤ੍ਰਿਪਤੀ ਹੋਵੇ, ਤੇ ਅੰਦਰੋਂ ਵੀ ਲਿਵ ਜੁੜੀ ਹੋਵੇ। ਐਸਾ ਹੋਵੇਗਾ ਨਹੀਂ। ਜਦੋਂ ਅੰਦਰ ਲਿਵ ਜੁੜੇਗੀ ਉਦੋਂ ਹੀ ਜੁੜੇਗੀ ਜਦੋਂ ਬਾਹਰਲੀ ਦੌੜ ਸਮਾਪਤ ਹੋ ਜਾਵੇਗੀ। ਤੇ ਬਾਹਰ ਝੂਠੀ ਲਿਵ ਲੱਗਦੀ ਹੈ, ਕਿਉਂਕਿ ਥਿਰ ਨਹੀਂ ਹੈ। ਝੂਠੀ ਲਿਵ ਦਾ ਭਾਵ ਹੁੰਦਾ ਹੈ ਥਿਰ ਨਹੀਂ ਹੈ, ਟਿਕੀ ਹੋਈ ਨਹੀਂ ਹੈ। ਸੰਸਾਰ ਚੱਲ ਰਿਹਾ ਹੈ। ਹੁਣ ਧਨ ਦੀ ਭੁੱਖ ਹੈ ਤੇ ਧਨ ਵਿੱਚ ਲਿਵ ਲੱਗੀ ਹੋਈ ਹੈ। ਕਿਸੇ ਨੂੰ ਇਸਤਰੀ ਦੀ ਭੁੱਖ ਹੈ, ਪੁਰਸ਼ ਦੀ ਭੁੱਖ ਹੈ, ਤੇ ਉੱਥੇ ਧਿਆਨ ਲੱਗਾ ਹੋਇਆ ਤੇ ਸੋਚ ਰਿਹਾ ਕਿਹੜੇ ਵੇਲੇ ਮਿਲੇ। ਕਿਸੇ ਨੂੰ ਕੁਛ ਚਾਹੀਦਾ ਹੈ, ਕਿਸੇ ਨੂੰ ਕੁਛ ਚਾਹੀਦਾ ਹੈ, ਕਿਸੇ ਨੂੰ ਧਰਮ ਚਾਹੀਦਾ ਹੈ, ਕਿਸੇ ਨੂੰ ਸ਼ਾਂਤੀ ਚਾਹੀਦੀ ਹੈ, ਉਹ ਵੀ ਬਾਹਰੋਂ। ਕਿਸੇ ਨੂੰ ਮਜ਼ਾ ਚਾਹੀਦਾ ਹੈ, ਆਨੰਦ ਚਾਹੀਦਾ ਹੈ, ਉਹ ਵੀ ਬਾਹਰੋਂ। ਚਾਹਤ ਹੀ ਬਾਹਰ ਦੀ ਹੁੰਦੀ ਹੈ। ਤੇ ਬਾਹਰ ਦੀ ਜਿਹੜੀ ਲਿਵ ਹੈ ਨਾ, ਉਹ ਬਦਲਦੀ ਰਹੇਗੀ। ਮਨ ਸਦਾ ਹੀ ਬਦਲਦਾ ਰਹਿੰਦਾ ਹੈ, ਇੱਕ ਜਗ੍ਹਾ ਨਹੀਂ ਟਿਕੇਗਾ ਤੁਹਾਡਾ ਮਨ, ਟਿਕ ਨਹੀਂ ਸਕਦਾ ਹੈ। ਇਹੋ ਹੀ ਤਾਂ ਕਰ ਰਹੇ ਹਨ ਧਾਰਮਿਕ ਲੋਕ, ਸ਼ਬਦ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਿਕਦਾ ਕਿੱਥੇ ਹੈ ਸ਼ਬਦ ਦੇ ਵਿੱਚ। ਕੱਲ੍ਹ ਇਹ ਗੁਰਮੁਖ ਪਿਆਰੇ ਦਾ ਟੈਲੀਫੋਨ ਆਇਆ ਸੀ, ਕਹਿੰਦਾ ਬਹੁਤ ਕੋਸ਼ਿਸ਼ ਕਰਦੇ ਹਾਂ, ਮਨ ਟਿਕਦਾ ਹੀ ਨਹੀਂ ਟਿਕਦਾ ਹੈ। ਕਿਉਂਕਿ ਭੁੱਖ ਅਗਰ ਹੈ ਤੇ ਟਿਕੇਗਾ ਹੀ ਨਹੀਂ, ਮਨ ਦੌੜੇਗਾ। ਜਿਹੜੀ ਚੀਜ਼ ਦੀ ਕਮੀ ਹੈ, ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲੀ, ਜਿਹੜੀ ਚੀਜ਼ ਦੀ ਚਾਹਤ ਹੈ, ਜਿਹੜੀ ਚੀਜ਼ ਦੀ ਭੁੱਖ ਹੈ, ਉੱਧਰ ਨੂੰ ਜਾਵੇਗਾ ਤੇ ਉੱਥੇ ਲਿਵ ਲੱਗੇਗੀ। ਅੰਦਰ ਲਿਵ ਨਹੀਂ ਲੱਗੇਗੀ। ਬਾਹਰਲੀ ਲਿਵ ਟੁੱਟੇਗੀ, ਫਿਰ ਅੰਦਰ ਦੀ ਲਿਵ ਲੱਗੇਗੀ। ਇਹ ਕੋਈ ਨਹੀਂ ਦੱਸਦਾ ਹੈ। ਇਹ ਗੱਲ ਤੁਹਾਨੂੰ ਸਮਝ ਵਿੱਚ ਆ ਜਾਵੇ। ਸਰੋਤਿਆਂ ਨੂੰ ਇਹ ਗੱਲ ਸਮਝ ਵਿੱਚ ਆਉਂਦੀ ਨਹੀਂ ਹੈ, ਕਿਉਂਕਿ ਪ੍ਰਚਾਰ ਜੈਸਾ ਹੋ ਰਿਹਾ ਹੈ ਨਾ, ਵੈਸਾ ਹੀ ਅਸਰ ਹੋ ਜਾਂਦਾ ਹੈ ਸਰੋਤਿਆਂ 'ਤੇ। ਤੇ ਬਹੁਤੇ ਧਾਰਮਿਕ ਲੋਕ ਇਉਂ ਹੀ ਸੋਚਦੇ ਹਨ ਵੀ ਮੇਰਾ ਕਹਿਣਾ ਜੋ ਹੈ ਇਹ ਸੰਸਾਰ ਤੋਂ ਤੋੜਨ ਵਾਲਾ ਹੈ। ਨਹੀਂ, ਮੈਂ ਇਹ ਨਹੀਂ ਕਹਿੰਦਾ ਹੈ ਕਿ ਸੰਸਾਰ ਨੂੰ ਛੱਡ ਕੇ ਨੱਠਣਾ ਹੈ, ਪਰ ਸੰਸਾਰ ਵਿੱਚੋਂ ਲਿਵ ਤੇ ਤੋੜਨੀ ਪਵੇਗੀ ਨਾ। ਸੰਸਾਰ ਵਿੱਚੋਂ ਧਿਆਨ ਤੇ ਹਟਾਉਣਾ ਪਵੇਗਾ। ਲਿਵ ਹਟਾਉਣੀ, ਧਿਆਨ ਹਟਾਉਣਾ, ਲਿਵ ਤੋੜਨੀ ਇੱਕੋ ਹੀ ਗੱਲ ਹੈ। ਮਨ ਹਟਾਉਣਾ, ਚਾਹਤ ਛੱਡਣੀ, ਇੱਛਾ ਛੱਡਣੀ, ਕਾਮਨਾ ਛੱਡਣੀ, ਵਾਸ਼ਨਾ ਛੱਡਣੀ। ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੀ ਹੈ? ਮਨ ਦੀਆਂ ਹੀ ਵਾਸ਼ਨਾਵਾਂ ਹਨ। ਉਹ ਹੀ ਭੁੱਖ ਹੈ, ਉਹ ਹੀ ਭੁੱਖ ਹੈ। ਹੁਣ ਮੋਹ ਕੀ ਹੈ? ਬੱਚਿਆਂ ਬਾਰੇ ਸੋਚੀ ਜਾਣਾ। ਜਿਹੜਾ ਧਨ ਤੁਸੀਂ ਨਹੀਂ ਕਮਾ ਸਕੇ, ਜੋ ਪ੍ਰਭੁਤਾ ਤੁਸੀਂ ਨਹੀਂ ਕਮਾ ਸਕੇ, ਉਹਦੀ ਇੱਛਾ ਬੱਚਿਆਂ 'ਤੇ ਕਰਦੇ ਹੋ। ਉਹ ਭੁੱਖ ਕਹਿੰਦੇ ਹਨ ਬੱਚੇ ਪੂਰਤੀ ਕਰਨ, ਵਾਸ਼ਨਾ ਦੀ, ਚਾਹਤ। ਤੇ ਭੁੱਖਾਂ ਬਾਹਰਲੀਆਂ ਹਨ। ਭੁੱਖਾਂ ਫਿਰ ਬਾਹਰਲੀਆਂ ਬਹੁਤ ਹਨ, ਕਿਉਂਕਿ ਸੰਸਾਰ ਬਹੁਤ ਹੈ, ਅਨੇਕ ਹੈ, ਅਨੇਕ ਵੱਲ ਧਿਆਨ ਜਾਂਦਾ ਹੈ। ਇਸ ਕਰਕੇ ਲਿਵ ਵੀ ਅਨੇਕ ਹੈ, ਬਾਹਰ ਦੀ, ਅੰਦਰਲੀ ਇੱਕ ਹੈ।
ਤੇ ਗੁਰੂ ਸਾਹਿਬ ਜੀ ਕਹਿ ਰਹੇ ਹਨ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਉਦੋਂ ਹੀ ਸਤਿਗੁਰੂ ਤੇ ਮਨ ਮੰਨੇਗਾ ਤੁਹਾਡਾ ਜਦੋਂ ਤੁਹਾਡੀ ਲਿਵ ਅੰਦਰ ਲੱਗੇਗੀ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਉਹਨਾਂ ਚਿਰ ਨਹੀਂ ਮਨ ਮੰਨੇਗਾ, ਉਹਨਾਂ ਚਿਰ ਤੁਸੀਂ ਖਿਆਲ ਕਰੋਗੇ ਪਤਾ ਨਹੀਂ ਠੀਕ ਕਹਿ ਰਹੇ ਕਿ ਨਹੀਂ ਕਹਿ ਰਹੇ। ਹੁਣ ਸਿੱਖ ਪੜ੍ਹਦੇ ਹਨ ਨਾ ਬਾਬੇ ਨਾਨਕ ਦੀ ਬਾਣੀ, ਸਿਰਫ ਪੜ੍ਹਦੇ ਹੀ ਹਨ, ਮਨ ਤੇ ਨਹੀਂ ਮੰਨਿਆ ਹੈ ਉਹਨਾਂ ਦਾ। ਮਨ ਮਾਨਿਆ ਤਾਂ ਹਰ ਜਾਣਿਆ। ਜੇ ਮਾਨੀ ਜਾਵੇ ਤੇ ਜਾਣ ਨਾ ਲੈਣ ਉਹਨੂੰ ਜਿਹਦੇ ਬਾਰੇ ਕਿਹਾ ਹੈ। ਉਧਰ ਨੂੰ ਚੱਲਣਾ ਪੈਣ ਜਿੱਧਰ ਨੂੰ ਇਸ਼ਾਰਾ ਹੈ। ਸਾਚੀ ਲਿਵ ਲਾਗੀ ਹੈ ਭੀਤਰ, ਅੰਦਰ ਨੂੰ, ਅੰਦਰ ਲੱਗਦੀ ਹੈ ਸੱਚੀ ਲਿਵ। ਸਤਿਗੁਰੂ ਜੀ ਅੰਦਰ ਨੂੰ ਇਸ਼ਾਰਾ ਕਰ ਰਹੇ ਹਨ। ਤੋ ਬਹੁਤ ਢੰਗ ਦੇ ਨਾਲ, ਬਹੁਤ ਉਂਗਲਾਂ ਦੁਆਰਾ, ਬਹੁਤ ਸ਼ਬਦਾਂ ਦੁਆਰਾ ਇਸ਼ਾਰਾ ਇੱਕੋ ਹੀ ਪਾਸੇ ਨੂੰ ਕਰਦੇ ਹਨ ਵੀ ਤੁਸੀਂ ਕੋਈ ਨਾ ਕੋਈ ਤੇ ਇਸ਼ਾਰਾ ਸਮਝ ਲਵੋ ਤੇ ਚੱਲ ਪਵੋ। ਦੇਖੋ ਕਿੰਨੀ ਦਇਆ ਕਰਦੇ ਹਨ। ਕਿਸੇ ਨੂੰ ਅਮੋਲਕ ਹੀਰਾ ਮਿਲਿਆ ਹੋਵੇ ਨਾ ਤੋ ਲੁਕਾ ਕੇ ਬੈਠ ਜਾਂਦਾ ਹੈ। ਤੇ ਇੱਕ ਐਸੇ ਹਨ ਜਿਨ੍ਹਾਂ ਨੂੰ ਐਸਾ ਹੀਰਾ ਮਿਲ ਗਿਆ ਹੈ, ਐਸੀ ਲਿਵ ਮਿਲ ਗਈ ਹੈ, ਐਸਾ ਸੱਚਾ ਨਾਮ ਮਿਲ ਗਿਆ ਹੈ, ਜਿਨ੍ਹਾਂ ਦੀਆਂ ਭੁੱਖਾਂ ਸਾਰੀਆਂ ਹੀ ਨਿਵਰਤ ਹੋ ਗਈਆਂ ਹਨ। ਹੁਣ ਭੁੱਖ ਕੋਈ ਵੀ ਨਹੀਂ ਰਹੀ ਹੈ ਉਹਨਾਂ ਦੀ ਸੰਸਾਰ ਦੇ ਵਿੱਚ। ਹੁਣ ਜਿਹਦੀ ਭੁੱਖ ਨਾ ਰਹੀ ਹੋਵੇ ਸੰਸਾਰ ਦੇ ਵਿੱਚ ਤਾਂ ਉਹ ਚੁੱਪ ਕਰਕੇ ਬਹਿ ਜਾਂਦਾ। ਦੇਖੋ, ਪਰ ਉਹ ਦੂਸਰਿਆਂ ਨੂੰ ਕਹਿੰਦਾ ਹੈ ਵੀ ਤੁਸੀਂ ਬਾਹਰੋਂ ਭੁੱਖ ਮਿਟਾਉਣ ਦੀ ਕੋਸ਼ਿਸ਼ ਨਾ ਕਰੋ, ਬਾਹਰੋਂ ਭੁੱਖ ਨਹੀਂ ਮਿਟਦੀ ਹੈ। ਆਓ ਮੈਂ ਤੁਹਾਨੂੰ ਦੱਸਾਂ, ਤੁਹਾਡੇ ਅੰਦਰ ਹੀ ਉਹ ਤ੍ਰਿਪਤੀ ਹੈ, ਤ੍ਰਿਪਤੀ ਦਾ ਖਜ਼ਾਨਾ ਹੈ, ਅੰਮ੍ਰਿਤ ਹੈ, ਅੰਮ੍ਰਿਤ ਨਾਮ ਨਿਦਾਨ ਤੁਹਾਡੇ ਅੰਦਰ ਹੈ। ਉਹ ਸੱਚਾ ਨਾਮ ਤੁਹਾਡੇ ਅੰਦਰ ਹੈ, ਸੱਚੀ ਲਿਵ